ਹੈਲੋ ਸਟੂਡੈਂਟ, ਵੈਲਕਮ ਬੈਕ ਟੂ ਮਾਈ यूट्यूब ਚੈਨਲ। ਸੋ ਬੱਚੇ, ਆਪਣਾ ਜਿਹੜਾ ਯੂਨੀਮੈਕਸ ਦੀ ਬੁੱਕ ਤੋਂ ਪੀ ਬਲੋਕ ਐਲੀਮੈਂਟ ਖਤਮ ਹੋ ਚੁੱਕਿਆ ਸੀ ਕੱਲ੍ਹ। ਤੋਂ ਅੱਜ ਆਪਾਂ ਜਿਹੜਾ ਆ ਡੀ ਬਲੋਕ ਐਲੀਮੈਂਟ ਡਿਸਕਸ ਕਰਦੇ ਹਾਂ। ਤੋਂ ਮੋਸਟਲੀ ਜਿਹੜੇ ਕੁਐਸਚਨ ਹੁੰਦੇ ਆ ਐਕੂਰੇਟ 'ਚੋਂ ਵੀ ਆ ਜਾਂਦੇ ਆ, ਯੂਨੀਮੈਕਸ 'ਚੋਂ ਵੀ ਆ ਜਾਂਦੇ ਆ, ਥੋੜ੍ਹੇ ਸੇਮ ਜਿਹੇ ਵੀ ਹੁੰਦੇ ਆ। ਤੋਂ ਕੰਸੈਪਟ ਪਤਾ ਹੋਣਾ ਚਾਹੀਦਾ, ਤਾਂ ਉਹਦੇ ਨਾਲ ਆਪਾਂ ਸੋਲਵ ਕਰ ਸਕਦੇ ਹਾਂ। ਫਸਟ ਕੁਐਸਚਨ ਜਿਹੜਾ ਮੋਡਰਨ ਪੀਰੀਓਡਿਕ ਟੇਬਲ 'ਚ ਤੋਂ ਸਿੰਪਲ ਹੀ ਆ। ਡੀ ਬਲੋਕ ਐਲੀਮੈਂਟਸ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਉਹ 3 ਤੋਂ 12 ਹੁੰਦੇ ਆ। ਤੋਂ ਡੀ ਬਲੋਕ ਐਲੀਮੈਂਟਸ ਨੂੰ ਆਪਾਂ ਨੂੰ ਪਤਾ ਹੈ ਕਿ ਟ੍ਰਾਂਜ਼ੀਸ਼ਨ ਐਲੀਮੈਂਟਸ ਬੋਲਦੇ ਆ, ਕਿਉਂਕਿ ਇਹਨਾਂ 'ਚ ਡੀ ਟ੍ਰਾਂਜ਼ੀਸ਼ਨਸ ਹੁੰਦੀਆਂ। ਅਨੋਮਲਸ ਕਨਫੀਗਰੇਸ਼ਨ ਕ੍ਰੋਮੀਅਮ ਐਂਡ ਕਾਪਰ, ਬਿਕੋਜ਼ ਕ੍ਰੋਮੀਅਮ ਦੀ 3D 4s2 ਹੋਣੀ ਚਾਹੀਦੀ ਹੈ। ਤੋਂ ਇੱਕ ਇਲੈਕਟ੍ਰੋਨ ਇਹਦੇ 'ਚ ਜੰਪ ਕਰ ਜਾਂਦਾ, ਇਟ ਇਜ਼ 3D 5 4s1। ਸਿਮਿਲਰਲੀ ਵਿਦ ਕਾਪਰ 3D 10 4s1 ਹੋਣੀ ਚਾਹੀਦੀ ਹੈ, ਬਟ 3D 9 4s2 ਹੋਣੀ ਚਾਹੀਦੀ ਆ। ਤਾਂ ਇਹਦੀ ਹੁੰਦੀ ਆ 3D 10 4s1। ਨੈਕਸਟ ਵਨ, ਮੈਕਸੀਮਮ ਨੰਬਰ ਆਫ ਇਲੈਕਟ੍ਰੋਨ ਇਨ ਦੀ ਆਊਟਰ ਮੋਸਟ ਔਰਬਿਟ ਆਫ ਟ੍ਰਾਂਜ਼ੀਸ਼ਨ ਮੈਟਲ। ਤੋਂ ਅਗਰ ਆਪਾਂ ਦੇਖੀਏ ਆਊਟਰ ਮੋਸਟ ਕੀ ਆ, 4s ਜਿਹੜਾ ਆ ਉਹ ਪਹਿਲਾਂ ਫਿਲ ਕੀਤਾ ਜਾਂਦਾ, ਬਾਅਦ 'ਚੋਂ 3D ਫਿਲ ਕੀਤਾ ਜਾਂਦਾ। ਅਗਰ ਆਪਾਂ ਟ੍ਰਾਂਜ਼ੀਸ਼ਨ ਮੈਟਲ ਦੀ ਗੱਲ ਕਰਦੇ ਹਾਂ ਤਾਂ ਓਬਵੀਅਸਲੀ ਟ੍ਰਾਂਜ਼ੀਸ਼ਨ ਮੈਟਲ 'ਚ ਤਾਂ ਲਾਸਟ ਇਲੈਕਟ੍ਰੋਨ ਡੀ 'ਚ ਹੀ ਐਂਟਰ ਕਰੇਗਾ। ਤੋਂ ਅਗਰ ਡੀ 'ਚ ਇਲੈਕਟ੍ਰੋਨ ਐਂਟਰ ਕਰਦਾ ਹੈ ਤਾਂ ਮੈਕਸੀਮਮ ਨੰਬਰ ਆਫ ਇਲੈਕਟ੍ਰੋਨ ਜਿਹੜੇ ਆ ਉਹ 10 ਆ। ਇੱਥੇ ਇਹਨਾਂ ਨੇ ਆਨਸਰ ਜਿਹੜਾ ਆ ਉਹ 2 ਦਿੱਤਾ ਹੋਇਆ, ਤਾਂ ਆਨਸਰ ਇਜ਼ 10। ਟੋਟਲ ਨੰਬਰ ਆਫ ਐਲੀਮੈਂਟਸ ਪ੍ਰੈਜ਼ੈਂਟ ਇਨ ਸੈਕਿੰਡ ਟ੍ਰਾਂਜ਼ੀਸ਼ਨ ਸੀਰੀਜ਼, ਸੈਕਿੰਡ ਇਜ਼ ਯੈਟਰੀਅਮ 2 ਕੈਡਮੀਅਮ। ਤੋਂ ਇਹਦੇ 'ਚ 10 ਐਲੀਮੈਂਟਸ ਹੁੰਦੇ ਨੇ। ਨੋਟ ਅ ਟ੍ਰਾਂਜ਼ੀਸ਼ਨ, ਤੋਂ ਜਿਹੜੀ ਲੈਡ 'ਚ ਅਨਪੇਡ ਹੁੰਦੇ ਆ, ਸਿਲਵਰ 'ਚ ਵੀ ਅਨਪੇਡ ਹੁੰਦੇ ਆ, ਰੂਥੀਨੀਅਮ 'ਚ ਵੀ ਅਨਪੇਡ ਹੁੰਦੇ ਆ। ਇਹਦੇ 'ਚ ਅਨਪੇਡ ਇਲੈਕਟ੍ਰੋਨ ਨਹੀਂ ਹੁੰਦੇ। ਜਿਹਦੇ 'ਚ ਅਨਪੇਡ ਇਲੈਕਟ੍ਰੋਨ ਨਹੀਂ ਹੋਣਗੇ ਉਹ ਟ੍ਰਾਂਜ਼ੀਸ਼ਨ ਐਲੀਮੈਂਟ ਨਹੀਂ ਹੋਏਗਾ। ਆਪਣੇ ਕੋਲ ਜਿਹੜੀਆਂ ਐਗਜ਼ੀਬਿਟ ਮਲਟੀਪਲ ਆਕਸੀਡੇਸ਼ਨ ਸਟੇਟ ਹੂਜ਼ ਆਇਨਸ ਇਨ ਐਕੁਅਸ ਸੋਲਿਊਸ਼ਨ ਆਰ ਯੂਜ਼ਲੀ ਕਲਰਡ। ਤਾਂ ਟ੍ਰਾਂਜ਼ੀਸ਼ਨ ਐਲੀਮੈਂਟਸ ਦੀਆਂ ਵੇਰੀਏਬਲ ਆਕਸੀਡੇਸ਼ਨ ਸਟੇਟਸ ਹੁੰਦੀਆਂ, ਤਾਂ ਇਹਨਾਂ ਦੇ ਕੰਪਾਊਂਡਸ ਜਿਹੜੇ ਆ ਉਹ ਜਨਰਲੀ ਕਲਰਡ ਹੁੰਦੇ ਆ। 4d5 ਐਂਡ 5s2 5 ਆ, ਠੀਕ ਹੈ ਜੀ। ਤਾਂ 5th ਗਰੁੱਪ ਹੋਏਗਾ ਇਹਦਾ, ਤਾਂ 5th ਗਰੁੱਪ ਆ, ਤਾਂ 5th ਹੀ ਜਿਹੜਾ ਆ ਉਹ ਪੀਰੀਅਡ ਹੋਏਗਾ। ਨੈਕਸਟ ਵਨ, ਇਨ ਦੀ ਫਸਟ ਟ੍ਰਾਂਜ਼ੀਸ਼ਨ ਸੀਰੀਜ਼ ਦੀ ਇਨਕਮਿੰਗ ਇਲੈਕਟ੍ਰੋਨ, ਫਸਟ ਟ੍ਰਾਂਜ਼ੀਸ਼ਨ ਸੀਰੀਜ਼ ਮਤਲਬ 3D ਸੀਰੀਜ਼। ਤਾਂ 3D ਸੀਰੀਜ਼ 'ਚ ਫਸਟ ਇਲੈਕਟ੍ਰੋਨ ਇਨਕਮਿੰਗ ਇਜ਼ ਐਂਟਰ ਟੂ 3D। ਜ਼ਿੰਕ ਕੈਡਮੀਅਮ ਮਰਕਰੀ ਡੀ ਬਲੋਕ ਐਲੀਮੈਂਟਸ ਨੇ। ਟ੍ਰਾਂਜ਼ੀਸ਼ਨ ਮੈਟਲਸ ਜਿਹੜੀਆਂ ਹੁੰਦੀਆਂ ਆ ਉਹ ਡਾਇਮੈਗਨੈਟਿਕ ਕਰੈਕਟਰ ਹੁੰਦਾ ਉਹਨਾਂ ਦਾ, ਡਾਇਮੈਗਨੈਟਿਕ ਕਰੈਕਟਰ ਨਹੀਂ ਹੁੰਦਾ। ਅਲੋਇਜ਼ ਬਣਾਉਂਦੀਆਂ ਆ, ਇੱਥੇ ਨਹੀਂ ਲਿਖਿਆ। ਇਨਰਟ ਪੇਅਰ ਇਫੈਕਟ ਜਿਹੜੀਆਂ ਉਹ ਸ਼ੋਅ ਨਹੀਂ ਕਰਦੇ, ਬਟ ਕੀ ਵੇਰੀਏਬਲ ਆਕਸੀਡੇਸ਼ਨ ਸਟੇਟ ਸ਼ੋਅ ਕਰਦੇ ਆ। ਵਿਚ ਡਜ਼ ਨੋਟ ਬਿਲੋਂਗਸ ਟੂ 3D ਸੀਰੀਜ਼। ਤਾਂ 3D ਸੀਰੀਜ਼ ਸਕੈਂਡੀਅਮ, ਟਾਈਟੇਨੀਅਮ, ਵਨੇਡੀਅਮ, ਕ੍ਰੋਮੀਅਮ, ਮੈਗਨੀਜ਼, ਆਇਰਨ, ਕੋਬਾਲਟ, ਨਿਕਲ, ਕਾਪਰ, ਜ਼ਿੰਕ। ਤੋਂ ਇਹਦੇ 'ਚ ਜਿਹੜਾ ਨਹੀਂ ਆਇਆ ਦੈਟ ਇਜ਼ ਦੀ ਪਲੇਡੀਅਮ। ਤਾਂ ਕਾਪਰ ਇੱਥੇ ਆ, ਜਿਹੜਾ ਕਾਪਰ ਇੱਕ ਇਲੈਕਟ੍ਰੋਨ ਕੱਢ ਰਿਹਾ, ਕਾਪਰ ਇਜ਼ 3D 10 4s1। ਤਾਂ ਪਹਿਲਾ ਇਲੈਕਟ੍ਰੋਨ ਜਿਹੜਾ ਜਾਂਦਾ ਆ ਉਹ ਐਸ ਔਰਬਿਟਲ ਤੋਂ ਜਾਂਦਾ ਆ, ਦੈਟਸ ਵਾਈ ਇਟ ਇਜ਼ ਫਰੋਮ 4s ਸਬ ਸ਼ੈਲ। ਨੈਕਸਟ ਕੁਐਸਚਨ, ਕਾਪਰ ਦੀ ਜਨਰਲ ਇਲੈਕਟ੍ਰੋਨਿਕ ਕਨਫੀਗਰੇਸ਼ਨ ਤਾਂ ਦਿਸ ਇਜ਼ 3D 10 4s1। ਟ੍ਰਾਂਜ਼ੀਸ਼ਨ ਐਲੀਮੈਂਟਸ 'ਚ ਵੇਕੈਂਟ ਜਿਹੜੇ ਆ ਉਹ ਡੀ ਔਰਬਿਟਲਸ ਖਾਲੀ ਹੁੰਦੇ ਥੋੜ੍ਹੇ ਬਹੁਤੇ, ਨਹੀਂ ਇਹਦੇ 'ਚ ਆਪਣੇ ਕੋਲ ਸਾਰੇ ਡੀ ਔਰਬਿਟਲ ਫਿਲਡ ਤਾਂ ਨਹੀਂ ਹੁੰਦੇ, ਠੀਕ ਹੈ ਜੀ, ਖਾਲੀ ਹੋਣਗੇ ਥੋੜ੍ਹੇ ਬਹੁਤੇ, ਅਨਪੇਡ ਕਹਿ ਸਕਦੇ ਹਾਂ ਆਪਾਂ। ਤੋ ਇਨ ਕੇਸ ਆਫ ਟ੍ਰਾਂਜ਼ੀਸ਼ਨ ਐਲੀਮੈਂਟਸ ਜਿਹੜਾ ਆ ਵੇਕੈਂਟ ਪੁੱਛਿਆ ਨਾ ਇਹਨਾਂ ਨੇ, ਤਾਂ ਟ੍ਰਾਂਜ਼ੀਸ਼ਨ ਐਲੀਮੈਂਟਸ 'ਚ ਜਿਹੜੇ ਵੇਕੈਂਟ ਤੋਂ ਆਪਾਂ ਲਿਖਦੇ ਹਾਂ ਕਿ ਪਹਿਲਾਂ ਤਾਂ 3D ਲਿਖਦੇ ਹਾਂ, ਫਿਰ 4s ਔਰ 4p। ਅਗਰ ਆਪਾਂ ਗੱਲ ਕਰੀਏ ਕਿ ਔਨ ਦੀ ਬੇਸਿਸ ਆਫ ਕਿ ਇਹਨਾਂ ਨੇ ਜਿਹੜਾ ਆ ਬੌਂਡ ਫੋਰਮੇਸ਼ਨ ਦੇ ਅਕੋਰਡਿੰਗ ਦੇਖੀਏ ਤਾਂ ਵੇਕੈਂਟ ਡੀ ਕੁਛ ਨਾ ਕੁਛ ਖਾਲੀ ਹੋਣਗੇ। ਅਗਰ ਆਪਾਂ ਅਨਪੇਡ ਦੀ ਗੱਲ ਨਾ ਕਰੀਏ, ਕੰਪਲੀਟਲੀ ਖਾਲੀ ਤਾਂ ਨਹੀਂ ਹੁੰਦੇ, ਫਿਲਡ ਹੁੰਦੇ ਆ, ਅਨਪੇਡ ਜ਼ਰੂਰ ਹੁੰਦੇ ਆ। ਜਨਰਲ ਇਲੈਕਟ੍ਰੋਨਿਕ ਕਨਫੀਗਰੇਸ਼ਨ ਆਫ ਡੀ ਬਲੋਕ ਐਲੀਮੈਂਟਸ ਇਜ਼, ਇਹਦੇ 'ਚ ਆਪਣੇ ਕੋਲ 1 to 10 ਇਲੈਕਟ੍ਰੋਨ ਆਉਂਦੇ, ਐਸ 'ਚ 0 ਤੋਂ 2।
ਐਗਜ਼ਿਬਿਟ ਲਾਰਜਰ ਨੰਬਰ ਆਫ ਆਕਸੀਡੇਸ਼ਨ ਸਟੇਟ ਦੈਟ ਇਜ਼ ਬਾਈ ਮੈਗਨੀਜ਼, ਕਿਉਂਕਿ ਇਹਦੇ 'ਚ ਸਾਰੇ ਹੀ ਅਨਪੇਅਰਡ ਹੁੰਦੇ ਆ 4s, ਠੀਕ ਹੈ, 5d 'ਚ ਪੇਅਰਡ ਨਹੀਂ ਹੁੰਦੇ, ਜਿਹਦੇ ਕਰਕੇ ਇਹਦੇ ਲਈ ਈਜ਼ੀ ਆ ਟੂ ਰਿਲੀਜ਼ ਐਨ ਇਲੈਕਟ੍ਰੋਨ। ਤੋ ਇਹਦੀ ਆਕਸੀਡੇਸ਼ਨ ਸਟੇਟ ਜਿਹੜੀ ਆ ਉਹ ਹਾਈ ਹੁੰਦੀ ਹੈ। ਹਾਈਐਸਟ ਆਕਸੀਡੇਸ਼ਨ ਸਟੇਟ ਇਨ ਕੇਸ ਆਫ ਦੈਟ ਇਜ਼ ਓਸਮੀਅਮ, ਇਹਦੀ +8 ਤੱਕ ਹੁੰਦੀ ਹੈ। ਮੈਗਨੀਜ਼ +7 ਤੱਕ ਸ਼ੋ ਕਰਦਾ। +1 ਆਕਸੀਡੇਸ਼ਨ ਸਟੇਟ ਮੋਰ ਫ੍ਰੀਕੁਐਂਟਲੀ ਦੈਟ ਇਜ਼ ਕਾਪਰ, ਬਿਕੋਜ਼ ਇਹਦੇ 'ਚ 4s1 ਹੁੰਦਾ, ਦੈਟਸ ਵਾਈ। Why does zinc do not show variable oxidation state? This is due to variable valency। variable valency ਇਹ ਇਸ ਕਰਕੇ ਨਹੀਂ ਸ਼ੋ ਕਰਦਾ ਕਿਉਂਕਿ ਇਹਦੇ 'ਚ ਆਪਣੇ ਕੋਲ ਜਿਹੜੇ ਆ ਕੰਪਲੀਟਲੀ ਫਿਲਡ ਡੀ ਔਰਬਿਟਲ ਹੁੰਦੇ ਆ, ਤੋ ਇਹ ਇੱਕ ਮਤਲਬ 2+ ਆਕਸੀਡੇਸ਼ਨ ਸਟੇਟ 'ਚ ਹੀ ਆ ਸਕਦਾ ਹੈ। What is the common oxidation state in scandium? तो scandium is 3d14s2। तो अगर 3d14s2 है तो s वाले इलेक्ट्रॉन भी अगर रिलीज़ करेगा तो d वाले भी अगर इलेक्ट्रॉन रिलीज़ करेगा तो ਉਹਦੇ ਨਾਲ ਜਿਹੜੀ ਇਹਦੀ ਕਾਮਨ ਆਕਸੀਡੇਸ਼ਨ ਸਟੇਟ ਆਏਗੀ ਦੈਟ ਇਜ਼ +3। तो ਜਨਰਲੀ +3 'ਚ ਹੀ ਇਹ ਜ਼ਿਆਦਾ ਪਾਇਆ ਜਾਂਦਾ। ਹਾਈਐਸਟ ਆਕਸੀਡੇਸ਼ਨ ਸਟੇਟ ਆਫ ਮੈਗਨੀਜ਼ ਇਨ ਇਟਸ ਕੰਪਾਊਂਡ ਦੈਟ ਇਜ਼ +7। ਨੰਬਰ ਆਫ ਨਿਕਲ, तो ਨਿਕਲ ਜਿਹੜਾ ਹੁੰਦਾ ਦੈਟ ਇਜ਼ 3d8 4s2। तो 2 ਪੋਜ਼ੀਟਿਵ ਆ, ਮਤਲਬ ਆਪਾਂ ਨੇ ਆਹ ਵਾਲੇ ਇਲੈਕਟ੍ਰੋਨ ਕੱਢ ਦਿੱਤੇ। 3d8 ਫਿਲ ਕਰਨਾ, तो 3d8 'ਚ ਆਪਣੇ ਕੋਲ 1 2 3 4 5 6 7 8 2 ਅਨਪੇਅਰਡ ਆਏ। +8 is shown by osmium। तो which of the following transition element show highest oxidation state? तो 3d54s1 ਜਿਹੜਾ ਆ 3d54s2 ਜ਼ਿਆਦਾ ਸ਼ੋ ਕਰੇਗਾ। ਮੈਗਨੀਜ਼ ਦੀ ਕਨਫੀਗਰੇਸ਼ਨ ਦੈਟਸ ਵਾਈ ਇਹ ਜਿਹੜੀ ਆ ਜ਼ਿਆਦਾ ਆਕਸੀਡੇਸ਼ਨ ਸਟੇਟ ਸ਼ੋ ਕਰੇਗਾ। ਮੈਗਨੀਜ਼ ਹੈ ਹਾਈਐਸਟ ਆਕਸੀਡੇਸ਼ਨ ਸਟੇਟ, तो ਇਹਦੇ 'ਚ ਪਤਾ ਕਰਦੇ ਹਾਂ x-4, तो ਇਹ 'ਚ +4 ਆ ਗਈ। ਇਹਦੇ 'ਚ ਪੋਟਾਸ਼ੀਅਮ 'ਤੇ ਇੱਕ 1+ ਹੋ ਗਿਆ। ਮੈਗਨੀਜ਼ x ਮੰਨ ਲੈਂਦੇ ਆ, तो 2 × -4 ਇਹਦੇ 'ਚ ਹੋ ਗਈ ਇਹਦੀ +3। ਇਨ ਕੇਸ ਆਫ ਦਿਸ ਇਜ਼ 2x - 8, तो ਇਹਦੇ 'ਚ ਵੀ +4 ਹੋਊਗੀ। ਇਹਦੇ 'ਚ +1 +x ਮੈਗਨੀਜ਼ ਔਰ ਇੱਕ ਆਕਸੀਜਨ 'ਤੇ -2 ਹੁੰਦਾ, तो 4 'ਤੇ -8 ਹੋ ਗਿਆ। ਇਹ ਬਚਿਆ -7, तो ਉੱਧਰ ਜਾ ਕੇ ਇਹ +7 ਹੋ ਜਾਏਗਾ। तो ਇਨ ਕੇਸ ਆਫ KMnO4 highest oxidation state। Next one, ground state of titanium। Titanium is 22, तो it is 3d2 4s2 अगे argon। वेरिएबल ऑक्सीडेशन स्टेट कौन नहीं शो करेगा? स्कैंडियम। स्कैंडियम ਜਿਹੜਾ ਉਹ +3 ਹੀ ਸ਼ੋ ਕਰਦਾ ਨਾ, ਓਕੇ, ਡਿਊ ਟੂ ਜਿਹੜਾ ਡੀ 'ਚ ਇੱਕ ਹੀ ਇਲੈਕਟ੍ਰੋਨ ਹੁੰਦਾ। ਟੈਂਡੈਂਸੀ ਕੰਪਲੈਕਸ ਬਣਾਉਣ ਦੀ ਕਿਉਂ ਜ਼ਿਆਦਾ ਹੁੰਦੀ ਆ? ਇੱਕ ਤਾਂ ਇਹਨਾਂ ਦਾ ਸਮੋਲ ਸਾਈਜ਼ ਹੁੰਦਾ, ਇਹਨਾਂ 'ਚ ਵੇਕਨ ਡੀ ਹੁੰਦੇ ਆ, ਨਿਊਕਲੀਅਰ ਚਾਰਜ ਜ਼ਿਆਦਾ, ਤਾਂ ਇਹ ਈਜ਼ੀਲੀ ਕੰਪਲੈਕਸ ਫੋਰਮ ਕਰਦੇ ਆ। ਕੈਟਾਲਿਟਿਕ ਪ੍ਰੋਪਰਟੀ ਇਜ਼ ਡਿਊ ਟੂ ਵੇਰੀਏਬਲ ਆਕਸੀਡੇਸ਼ਨ ਸਟੇਟ। ਅਗਰ ਆਪਣੇ ਕੋਲ ਵਿਦ ਈਚ ਟ੍ਰਾਂਜੀਸ਼ਨ ਸੀਰੀਜ਼ ਦੀ ਆਕਸੀਡੇਸ਼ਨ ਸਟੇਟ ਜਿਹੜੀ ਆ ਉਹ ਫਸਟ ਇਨਕਰੀਜ਼ ਕਰੇਗੀ ਟਿਲ ਦੀ ਮਿਡਲ, ਫਿਰ ਉਹ ਡਿਕਰੀਜ਼ ਕਰੇਗੀ। ਬਿਕੋਜ਼ ਜਦੋਂ ਮਿਡਲ ਮਤਲਬ 3d5 ਆ ਗਿਆ, ਉਸ ਤੋਂ ਬਾਅਦ ਜਦੋਂ ਆਇਰਨ ਆਉਂਦਾ 3d6 ਤੋਂ ਪੇਅਰਿੰਗ ਸਟਾਰਟ ਹੋ ਜਾਂਦੀ ਹੈ। तो अगर पेयरिंग स्टार्ट होगी तो पेयरिंग चो इलैक्ट्रॉन कढ़ना इज़ वेरी डिफिकल्ट, दैट्स वाई ऑक्सीडेशन स्टेट दी जिहड़ी आ ओह घटदी है। मतलब मैगनीज जिहड़ा ओह +7 तक चल जांदा, बाद चों अपने को ऑक्सीडेशन स्टेट घटेगी। तो ट्रांजिशन आर पैरामैगनैटिक। पैरामैगनैटिक मतलब अनपेयर्ड इलैक्ट्रॉन, तो अगर अनपेयर्ड इलैक्ट्रॉन आ तो पैरामैगनैटिक आ। कॉइन्स मैटल जिन्हां दे सिक्के बनदे कॉपर गोल्ड सिल्वर। SO2 SO3 in case of contact process यूज़ किया जाता V2O5। तो second ionization the decreasing order is D, because chromium is 4s1 3d5, okay, after losing one electron it is 3d5। in case of manganese it is 4s1। in case of vanadium तो it is
also 4s1. In case of titanium it is 4s1, but in case of chromium it is 3d5. तो ਇਹ ਜਿਹੜਾ ਆ ਹਾਫ ਫੀਲਡ ਮੋਰ ਸਟੇਬਲ, ਦੈਟਸ ਵਾਈ ਕ੍ਰੋਮੀਅਮ ਦੀ ਸੈਕਿੰਡ ਜਿਹੜੀ ਆ ਉਹ ਜ਼ਿਆਦਾ ਹੋਏਗੀ। ਟ੍ਰਾਂਜੀਸ਼ਨ ਮੈਟਲ ਜਿਹੜੇ ਆ ਉਹ ਅਲੋਇਸ ਬਣਾਉਂਦੇ ਆ। ਅਲੋਇਸ ਇਸ ਕਰਕੇ ਬਣਾਉਂਦੇ ਆ ਕਿ ਆਪਾਂ ਇੱਕ ਮੈਟਲ ਨੂੰ ਦੂਸਰੀ ਮੈਟਲ 'ਚ ਮਿਕਸ ਕਰ ਸਕਦੇ ਹਾਂ ਡਿਊ ਟੂ ਦੇਅਰ ਸਿਮਿਲਰ ਸਾਈਜ਼, ਠੀਕ ਹੈ, ਨੀਅਰਲੀ ਸੇਮ ਅਟੋਮਿਕ ਸਾਈਜ਼। ਨੋਟ ਰਿਗਾਰਡਡ ਐਜ਼ ਟ੍ਰਾਂਜੀਸ਼ਨ ਐਲੀਮੈਂਟਸ, ਤੋਂ ਟ੍ਰਾਂਜੀਸ਼ਨ ਐਲੀਮੈਂਟਸ ਉਹਨਾਂ ਨੂੰ ਹੀ ਬੋਲਦੇ ਆ ਜਿਨ੍ਹਾਂ 'ਚ ਆਪਣੇ ਕੋਲ ਡੀ ਟ੍ਰਾਂਜੀਸ਼ਨਸ ਪੋਸੀਬਲ ਨੇ। ਤੋਂ ਡੀ ਟ੍ਰਾਂਜੀਸ਼ਨ ਉਹਨਾਂ 'ਚ ਹੀ ਪੋਸੀਬਲ ਹੋਣਗੀਆਂ ਜਿਨ੍ਹਾਂ 'ਚ ਅਨਪੇਅਰਡ ਇਲੈਕਟ੍ਰੋਨ ਆ। ਤੋਂ ਅਨਪੇਅਰਡ ਇਲੈਕਟ੍ਰੋਨ ਜਿਹਨਾਂ 'ਚ ਨਹੀਂ ਪ੍ਰੈਜੈਂਟ ਹੋਗੇ ਉਹ ਟ੍ਰਾਂਜੀਸ਼ਨ ਐਲੀਮੈਂਟਸ ਨਹੀਂ ਹੋਣਗੀਆਂ। ਤੋਂ ਐਗਜ਼ਾਮਪਲ ਇਹਨਾਂ ਦੀਆਂ ਜ਼ਿੰਕ, ਕੈਡਮੀਅਮ ਐਂਡ ਮਰਕਰੀ। 3.87, ਤੋਂ 3.87 ਇਜ਼ ਅਪਰੋਕਸੀਮੇਟਲੀ ਜਿਹਦੇ 'ਚ 3 ਅਨਪੇਅਰਡ ਇਲੈਕਟ੍ਰੋਨ ਹੋਣਗੇ। ਤੋਂ 3 + 2 ਤੋਂ 15 ਦਾ ਜਦੋਂ ਰੂਟ ਆਪਾਂ ਫਾਈਂਡ ਕਰਾਂਗੇ ਤਾਂ ਇਟ ਇਜ਼ 3.87। ਤੋਂ 3 ਅਨਪੇਅਰਡ ਇਲੈਕਟ੍ਰੋਨ ਇਜ਼ ਪ੍ਰੈਜ਼ੈਂਟ ਇਨ ਕ੍ਰੋਮੀਅਮ। ਤੋਂ ਜਿਹੜੀ ਹਾਈਐਸਟ ਡੈਂਸਿਟੀ ਓਸਮੀਅਮ ਦੀ ਹੁੰਦੀ ਹੈ। ਕਲਰ ਆਫ ਟ੍ਰਾਂਜੀਸ਼ਨ ਮੈਟਲ ਡਿਊ ਟੂ ਡੀ ਟ੍ਰਾਂਜੀਸ਼ਨ, ਮਤਲਬ ਆਪਣੇ ਕੋਲ T2G ਲੈਵਲ ਤੋਂ EG ਲੈਵਲ ਤੱਕ ਟ੍ਰਾਂਜੀਸ਼ਨਸ ਜਿਹੜੀਆਂ ਉਹ ਹੁੰਦੀਆਂ ਨੇ। ਤੋਂ ਇਹ ਵਾਈਟ ਲਾਈਟ ਅਬਜ਼ੋਰਬ ਕਰਦੇ ਆ ਅਤੇ ਕਲਰ ਬਾਅਦ 'ਚ ਅਮਿਟ ਕਰਦੇ ਆ। ਤਾਂ ਇੱਥੇ 2D ਹੁੰਦੇ ਆ, ਇੱਥੇ ਆਪਣੇ ਕੋਲ 3D ਹੁੰਦੇ ਆ। FeSO4 ਨੂੰ ਆਪਾਂ ਗ੍ਰੀਨ ਵਿਟਰੋਲ ਬੋਲਦੇ ਹਾਂ। ਸਪਿਨ Mn+4, ਤੋਂ Mn+4 ਅਗਰ ਆਪਾਂ ਮੈਗਨੀਜ਼ ਇਸ 3d5 4s2 4 ਅਗਰ ਮਤਲਬ 4 ਇਲੈਕਟ੍ਰੋਨ ਕੱਢਦੇ ਤਾਂ 3d3 ਬਚਿਆ। 3 ਦੀ ਜਦੋਂ ਆਪਾਂ ਫਾਈਂਡ ਕਰਾਂਗੇ ਮੈਗਨੈਟਿਕ ਮੂਵਮੈਂਟ ਤੋਂ ਦਿਸ ਇਜ਼ 3.87 ਅਪਰੋਕਸੀਮੇਟਲੀ ਇਜ਼ ਇਕੁਅਲ ਟੂ 4। ਮੋਸਟ ਅਬੰਡੈਂਟ ਟ੍ਰਾਂਜੀਸ਼ਨ ਮੈਟਲ ਇਜ਼ ਆਇਰਨ। ਤੋਂ ਜਿਹੜੀ ਆਪਣੇ ਕੋਲ ਫਸਟ ਆਇਓਨਾਈਜੇਸ਼ਨ ਐਨਰਜੀ ਆਫ ਦੀ ਐਲੀਮੈਂਟ ਇਨ ਟ੍ਰਾਂਜੀਸ਼ਨ ਸੀਰੀ ਜਿਹੜੀ ਆ ਇਹ ਪਹਿਲਾਂ ਇਨਕਰੀਜ਼ ਕਰੇਗੀ ਜਿੱਦਾਂ ਜਿੱਦਾਂ ਆਪਣੇ ਕੋਲ ਅਟੋਮਿਕ ਨੰਬਰ ਇਨਕਰੀਜ਼ ਕਰੇਗਾ, ਫਸਟ ਨੋਟ ਸੈਕਿੰਡ। ਟ੍ਰਾਂਜੀਸ਼ਨ ਕਲਰਡ ਕਿਉਂ ਬਣਾਉਂਦੇ ਆ? ਡਿਊ ਟੂ ਡੀ ਟ੍ਰਾਂਜੀਸ਼ਨ। ਐਕੁਆ ਸੋਲਿਊਸ਼ਨ ਆਫ ਟਾਈਟੇਨੀਅਮ ਇਜ਼ ਇਨ 3+ ਸਟੇਟ। ਤੋਂ ਇਹਦੇ 'ਚ ਇੱਕ ਅਨਪੇਅਰਡ ਹੈਗਾ ਆ। ਤੋਂ ਅਗਰ ਇੱਕ ਅਨਪੇਅਰਡ ਹੈਗਾ ਤਾਂ ਇਟ ਇਜ਼ ਪਰਪਲ ਇਨ ਕਲਰ। ਤੋਂ ਇਹ ਜਿਹੜੀ ਆ ਅਬਜ਼ੋਰਬ ਕਰਦਾ ਹੈ ਗ੍ਰੀਨ ਕਲਰ ਅਬਜ਼ੋਰਬ ਕਰੇਗਾ ਵਾਈਟ ਲਾਈਟ ਤੋਂ, ਅਤੇ ਪਰਪਲ ਜਿਹੜਾ ਆ ਉਹ ਅਮਿਟ ਕਰੇਗਾ, ਠੀਕ ਹੈ ਜੀ। ਨੈਕਸਟ ਵਨ ਵਿਚ ਆਫ ਦੀ ਫੋਲੋਇੰਗ ਇਜ਼ ਨੋਟ ਕਲਰਡ। ਤੋਂ ਕਾਪਰ 2 'ਚ ਆਪਣੇ ਕੋਲ 3d9 ਆ ਗਈ ਕਾਪਰ 2 ਦੀ, ਮਤਲਬ ਇੱਕ ਅਨਪੇਅਰਡ ਹੈਗਾ। ਜ਼ਿੰਕ 2 ਮਤਲਬ 3d10, ਕੋਈ ਅਨਪੇਅਰਡ ਨਹੀਂ ਆ, ਦੈਟਸ ਵਾਈ ਇਟ ਇਜ਼ ਕਲਰਲੈਸ। ਹਾਈਐਸਟ ਮੈਲਟਿੰਗ ਪੁਆਇੰਟ ਟੰਗਸਟਨ ਦਾ ਹੁੰਦਾ। ਤਾਂ ਆਪਾਂ 10th 'ਚ ਵੀ ਪੜ੍ਹਦੇ ਸੀਗੇ ਕਿ ਟੰਗਸਟਨ ਜਿਹੜੀ ਆ ਉਹ ਫਿਲਾਮੈਂਟ, ਬਲਬ ਦੇ ਫਿਲਾਮੈਂਟ 'ਚ ਯੂਜ਼ ਕੀਤੀ ਜਾਂਦੀ ਹੈ ਡਿਊ ਟੂ ਇਟਸ ਹਾਈ ਮੈਲਟਿੰਗ ਪੁਆਇੰਟ। ਲੋਐਸਟ ਮੈਲਟਿੰਗ ਪੁਆਇੰਟ ਮਰਕਰੀ ਦਾ, ਬਿਕੋਜ਼ ਇਟ ਇਜ਼ the only metal which is exist as a liquid at room temperature। So which ion will give color solution? So copper is 3d10, gold is 4d10 fully filled, zinc is 3d10, iron is 3d6। तो अपने ਇਹਦੇ 'ਚ 4 अनपेयर्ड इलेक्ट्रॉन, तो it is colored in nature, sorry colored होगा है। हायर ਮੈਗਨੈਟਿਕ ਮੂਵਮੈਂਟ ਉਹਦੀ ਹੋਏਗੀ ਜਿਹਦੇ 'ਚ ਆਪਣੇ ਕੋਲ ਅਨਪੇਅਰਡ ਇਲੈਕਟ੍ਰੋਨ ਆ। ਤੋਂ ਅਨਪੇਅਰਡ ਇਲੈਕਟ੍ਰੋਨ ਜਿੰਨੇ ਜ਼ਿਆਦਾ ਹੋਣਗੇ ਉਨੀ ਮੈਗਨੈਟਿਕ ਮੂਵਮੈਂਟ। ਤੋਂ ਇਹਦੇ 'ਚ 4 ਨੇ, ਇਹਦੇ 'ਚ 5 ਨੇ, ਇਹਦੇ 'ਚ 1 ਆ, ਇਹਦੇ 'ਚ 0 ਆ। ਤੋਂ Fe3+। ਡਾਇਮੈਗਨੈਟਿਕ ਮਤਲਬ ਸਾਰੇ ਦੇ ਸਾਰੇ ਪੇਅਰਡ। ਤੋਂ ਸਾਰੇ ਦੇ ਸਾਰੇ ਪੇਅਰਡ ਇਨ ਕੇਸ ਆਫ ਜ਼ਿੰਕ 2+, ਦੈਟ ਇਜ਼ 3d10। ਨੈਕਸਟ ਜਿਹੜਾ ਆ ਮੈਲਟਿੰਗ ਐਂਡ ਬੋਇਲਿੰਗ ਪੁਆਇੰਟ ਜਿਹੜਾ ਆ ਪਹਿਲਾਂ ਇਨਕਰੀਜ਼ ਕਰੇਗਾ ਫਿਰ ਡਿਕਰੀਜ਼, ਬਿਕੋਜ਼ ਜਿੱਦਾਂ ਜਿੱਦਾਂ ਪੇਅਰਿੰਗ ਹੁੰਦੀ ਹੈ ਉੱਦਾਂ ਦਾ ਜਿਹੜਾ ਆ ਮੈਲਟਿੰਗ ਪੁਆਇੰਟ ਘਟਣਾ ਸ਼ੁਰੂ ਹੋ ਜਾਂਦਾ। ਲੀਸਟ ਮੈਗਨੈਟਿਕ ਮੂਵਮੈਂਟ ਜਿਹਦੇ 'ਚ ਅਨਪੇਅਰਡ ਇਲੈਕਟ੍ਰੋਨ ਹੈ ਨਹੀਂ ਗੇ, ਦੈਟ ਇਜ਼ ਘੱਟ ਆ। ਤੋਂ ਇਹਦੇ 'ਚ ਆਪਣੇ ਕੋਲ ਹੈਗੇ ਨੇ 5, ਇਹਦੇ 'ਚ ਆਪਣੇ ਕੋਲ ਕੋਬਾਲਟ 3+ ਆ। ਤੋਂ ਕੋਬਾਲਟ 3+, ਕੋਬਾਲਟ ਇਜ਼ 3d7 4s2। ਤੋਂ 3+ ਮਤਲਬ ਇਟ ਇਜ਼ 3d6 ਤੋਂ 4 ਅਨਪੇਅਰਡ ਇਲੈਕਟ੍ਰੋਨ। ਕ੍ਰੋਮੀਅਮ 2+ ਮਤਲਬ 3d4। ਤੋਂ ਇਹਦੇ 'ਚ 4 ਨੇ, ਇਹਦੇ 'ਚ ਆਪਣੇ ਕੋਲ 1 ਹੀ ਆ। ਤੋਂ ਇਹਦੀ ਇਟ ਇਜ਼ ਲੀਸਟ ਮੈਗਨੈਟਿਕ ਮੂਵਮੈਂਟ ਹੋਏਗੀ ਇਹਦੀ। ਮੋਸਟ ਬੇਸਿਕ ਆਕਸਾਈਡ, ਤੋਂ ਮੋਸਟ ਬੇਸਿਕ ਆਕਸਾਈਡ ਇਜ਼ ਦਿਸ ਵਨ। ਤੋਂ ਜਿੰਨੀ ਜ਼ਿਆਦਾ ਸਾਰਿਆਂ ਦੀ ਆਕਸੀਡੇਸ਼ਨ ਸਟੇਟ ਫਾਈਂਡ ਕਰਕੇ ਦੇਖਿਓ, ਜਿਹਦੀ ਆਕਸੀਡੇਸ਼ਨ ਸਟੇਟ ਘੱਟ ਆਏਗੀ ਉਹ ਜ਼ਿਆਦਾ ਬੇਸਿਕ ਇਨ ਨੇਚਰ ਹੋਏਗਾ। ਐਮਫੋਟੈਰਿਕ ਆਕਸਾਈਡ ਇਜ਼
V2O5. एज ऑक्सीडेशन नंबर इंक्रीजेस तो मैटल आयनिक करैक्टर ਜਿਹੜਾ ਉਹ डिक्रीज करता। रीजन इज़ दैट अगर ऑक्सीडेशन नंबर इंक्रीज हो रहा तो मतलब इलैक्ट्रॉन लॉस करी जा रहा तो कैटायन बनता। कैटायन का साइज़ की होंदा डिक्रीज। अगर कैटायन का साइज़ डिक्रीज कर गया तो उन्नी ज़्यादा उसकी पोलराइजिंग पावर होगी। ठीक है, पोलराइजिंग पावर होने नाल की है जिहड़ा कोवलेंट करैक्टर वधदा है। तो अगर कोवलेंट करैक्टर ਵਧੇਗਾ तो डिक्रीज की होएगा आयनिक करैक्टर। तो दैट्स वाई इट डिक्रीजेस। ब्रास जिहड़ी आ ब्रास इज़ अ कॉपर जिंक मिक्सचर अलॉय नॉट प्रॉपर्टी दैट इज़ दे आर कैमिकली वेरी रिएक्टिव। अलॉय जिहड़े हुंदे आ होमोजीनस हैट्रोजीनस आपां दो डिफरेंट मैटल्स नूं मिक्स करदे आ तो इट इज़ अ हैट्रोजीनस मिक्सचर या हैट्रोजीनस सॉलिड सोल्यूशन हुंदा। ट्रांजिशन एलिमेंट नॉट शोन बाय ट्रांजिशन एलिमेंट तो नेचुरल रेडियो एक्टिविटी इज द आंसर। एक्वस मीडियम हैज़ ऑरेंज कलर विच आयन तो जिहड़ा अपने को Cr2O7 है तो जिहड़ा इहदी +6 अगर ऑक्सीडेशन स्टेट आ तो इहदा जिहड़ा आ अपने को ऑरेंज कलर होएगा। विच ऑफ ऑक्साइड इज एसिडिक इन नेचर जिहड़ा मैटल अगर अपने को ज़्यादा हाईली ऑक्सीडेशन स्टेट आ उसकी ज़्यादा मतलब ज़्यादा इलैक्ट्रॉन रिलीज़ कर रही है तो ज़्यादा इलैक्ट्रॉन कौन रिलीज़ करते हैं एसिड्स। तो जिन्नी ज़्यादा ऑक्सीडेशन स्टेट उन्ना ज़्यादा एसिडिक करैक्टर तो ये आएगा अपने को ज़्यादा। तो इत्थे एक्स जिहड़ा है दैट इज़ Cr2O3। हाइब्रिडाइजेशन ऑफ क्रोमियम तो क्रोमियम आपां बनाउने आ इत्थे स्ट्रक्चर हुंदा इहदा क्रोमेट आयन दा इस तरह का स्ट्रक्चर हुंदा Cr डबल बॉन्ड। तो इत्थे क्रोमियम की जिहड़ी ऑक्सीडेशन स्टेट आ ऑक्सीडेशन इत्थे अपने को क्रोमियम की हैगी आ +6। तो +6 मतलब जिहड़ा आ क्रोमियम दे खाली ऑर्बिटल। ठीक है जी, तो इत्थे ऑक्सीजन देगा ऑक्सीजन दो बॉन्ड बनाउंदा। मान लो आ वाला जिहड़ा ऑक्सीजन आ एक इहने इहदे नाल बनाया एक p/d बॉन्ड तो आ वाले ऑक्सीजन ने एक इहदे नाल एक p/d बॉन्ड। हुण आ वाला जिहड़ा आ यह ऑक्सीजन सांझा आ। ठीक है जी, तो ये जिहड़ा ऑक्सीजन आ ओह बॉन्ड बनाएगा दूसरे क्रोमियम दे सेम यही वाले नाल। तो मतलब दूसरा क्रोमियम आ ओके तो ये सेम ये वाले ना बॉन्ड बनाएगा। नाउ बचिया जिहड़ा अपने को लैफ्ट आ सॉरी ये वाला नहीं बनाएगा। एक बार इनू दोबारा बनाने हैं तो दो क्रोमियम। ठीक है जी, तो एक इहदा 4s होएगा दो क्रोमियम हो गए। तो इदा सीगा स्ट्रक्चर डबल बॉन्ड एक सिंगल एक अपने को शेयर हो रहा ब्रिज डबल। तो एक जिहड़ा लैट इनू आपां मान लैंदे 1 इनू 2 इनू 3 इनू 4। तो जिहड़ा 4th वाला आ वो आ ऑक्सीजन इत्थे इलैक्ट्रॉन दे रहा। नाउ जिहड़ा अपने को फर्स्ट वाला एक इन्ना बना रहा। ठीक है, एक इधर फर्स्ट वाला इन्ना हो गया कंप्लीट। बचे ए दो। ठीक है, तो इच भी इलैक्ट्रॉन ये नॉर्मल बॉन्ड। ठीक है, आ भी नॉर्मल बॉन्ड। तो एक नॉर्मल दो नॉर्मल 3 और 4। बाकी जिहड़ा आ डबल बॉन्ड आ दैट इज़ d/d बॉन्ड p/d क्योंकि p होएगा अपने को ऑक्सीजन का d होएगा अपने को क्रोमियम का। तो हाइब्रिडाइजेशन आ 3 d इनवॉल्व होए एक s इनवॉल्व होया तो D3s होंदी है sp3 नहीं होंदी। ओके, तो इतने ऑप्शन रॉन्ग दिता। तो हाइब्रिडाइजेशन इज D3s नॉट sp3। एसिडिक मीडियम जिहड़ा MnO4 आ तो इट विल गिव राइज टू जो मतलब यदि आपां रिएक्शन करवाने एसिडिक मीडियम च तो लैट ये अपने को 2MnO4 आ 2 नेगेटिव एसिडिक मीडियम मतलब हाइड्रोजन तो इट विल गिव MnO4 MnO2 + 2 molecules of water। तो दिस
ऑप्शन जिहड़ा इहदा ठीक है MnO4 बनिया। तो होर की बनया अपने को इहदे च अपने को MnO4 ठीक है और MnO2 बने आ। तो ऑप्शन इज ए। तो इन रिएक्शन ऑफ पोटाशियम जिहड़ा है डाई कन्वर्टेड टू परमैगनेट। तो इत्थे दी +6 ऑक्सीडेशन स्टेट फाइंड कर सकते हो ठीक है। जिमें अपने को इत्थे 2 पोटाशियम है +2 एक्स ऑक्सीजन अपने को 4 ने। तो यदी होगी 8 तो प्लस माइनस इज -6 हो गया। तो उधर जाके प्लस का हो जाएगा इत्थे +7। तो मतलब वधदी पई आ बाय +1। तो पोटाशियम डाइक्रोमेट जो आप एल्कली नाल ट्रीट करते हैं तो सोल्यूशन जिहड़ा वो एसिडिफाइड हुंदा। तो उहदे च जिहड़ा इहदा कलर हुंदा दैट इज़ येलो इन कलर। KMnO4 on heating it will give this. What is the formula of potassium dichromate? तो K2Cr2O7। Equivalent weight of potassium when it act as a oxidizing agent। तो जो ये oxidizing agent एक्ट करता है तो अपने को जी रिएक्शन होंगी है दैट इज़ Cr2O7 2 नेगेटिव +14 मॉलिक्यूल ऑफ H+ +6 इलेक्ट्रॉन गिव राइज टू 2Cr3+ ठीक है और वाटर के मॉलिक्यूल। तो इतने 6 इलेक्ट्रॉन यूज़ हो रहे हैं। पोटाशियम डाइक्रोमेट का जो वेट होंगे दैट इज़ 294। तो 294 जो आप 6 ना डिवाइड करांगे तो आंसर आएगा 49। सो नैक्सट क्वेश्चन पोटाशियम डाइक्रोमेट का कलर वैन इट रिएक्ट विद एल्कली। तो हमने अपने पिछे किया दैट इज़ येलो इन कलर। पोटाशियम डाइक्रोमेट इज़ प्रिपेयर्ड फ्रॉम क्रोमाइट और तो एट pH 11 क्रोमेट जिहड़ा है दैट इज़ चेंजिंग इनटू CrO4 2 नेगेटिव। एल्कलाइन KMnO4 ਨੂੰ ਆਪਾਂ बेयर्स रीएजेंट भी बोलते हैं। इट इज़ यूज्ड टू ऑक्सीडाइज एल्कीन एंड एल्काइंस मतलब हाइड्रोकार्बनस ਨੂੰ ऑक्सीडाइज करन च हेल्प करता। तो जो आप प्रोडक्ट्स कलर when it is fused with potassium hydroxide in presence of oxygen तो इहदा कलर हुंदा है डार्क ग्रीन। KMnO4 ਨੂੰ ਜਦੋਂ ਆਪਾਂ एसिडिक मीडियम च ट्रीट कराਉਂਦੇ ਆ तो रिएक्शन ਹੁੰਦੀ ਆ अपने को MnO4 ਜਿਹੜਾ ਇੱਥੇ 1 नेगेटिव +5 परऑक्साइड च ट्रीट करवाया ठीक है। तो इट विल इतने 6 हाइड्रोजन इट विल गिव राइज टू 2 मैगनीज ठीक है एंड 5 मॉलिक्यूल्स ऑफ ऑक्सीजन। तो मैगनीज की 2+ स्टेट आ रही है दैट्स वाई Mn2+ और O2। एल्केलाइन मीडियम च इहदा जिहड़ा वेट हुंदा एल्केलाइन मीडियम च इत्थे देखो हुण एक ही इलेक्ट्रॉन आ रहा। तो MnO4 दा वेट इज़ 158 डिवाइड बाय 1 तो आंसर इज़ 158 विच इज़ नॉट अ लैंथेनॉइड। तो लैंथेनॉइड इज़ नॉट जिहड़ा थोरियम। कॉमन ऑक्सीडेशन स्टेट इज़ शोन बाय लैंथेनॉइड इज़ +3। तो नेक्स्ट वन क्वेश्चन तो zirconium and both are zirconium belongs to 4D and hafnium belongs to 5D। तो इन्हों दी फिजिकल प्रॉपर्टीज आर सेम बिकॉज ऑफ सेम एटॉमिक साइज। तो ਉਹਦਾ ਕੋਜ਼ ਹੁੰਦਾ ਲੈਂਥेनॉइड ਕੰਟਰੈਕਸ਼ਨ। स्ट्रोंगेस्ट बेस लैफ्ट टू राइट ਜਿਹੜਾ बेसिक करैक्टर डिक्रीज ਹੁੰਦਾ। तो लैंथेनम ਜਿਹੜਾ ਉਹ लैफ्ट ਤੇ ਆਉਂਦਾ तो इट इज़ मोर बेसिक। zirconium एंड हाफनियम का अपने को सेम आयनिक रेडियस होंगे ड्यू टू लैंथेनॉइड कंट्रैक्शन मतलब शील्डिंग इफेक्ट घट जाता। तो आउटर मोस्ट इलैक्ट्रॉन ज़्यादा जी इंट्रैक्शन फील होंगी है टूवर्ड्स न्यूक्लीयस। एक्टिनोइड्स हैव रेंज ऑफ ये अपने को 5f 6d और 7s ऑर्बिटल होंगे। मिश मैटल जी इज़ एन अलॉयड ऑफ लैंथेनॉइड मैटल्स। डीकलराइज तो SO2 हैज़ अ ब्लीचिंग एक्शन विच इज़ टेम्पररी तो इट डीकलराइज। जिंक 2+ आर वाइट बिकॉज इट हैज़ नो अनपेयर्ड इलैक्ट्रॉन दैट्स वाई शो नहीं करता कोई भी कलर। तो मैग्नेटिक मूवमेंट का फॉर्मूला n इज़ द नंबर ऑफ अनपेयर्ड इलैक्ट्रॉन n+2 रूट। रीजन ऑफ लैंथेनॉइड कंट्रैक्शन इज़ निगलिजिबल स्क्रीनिंग इफेक्ट। तो निगलिजिबल स्क्रीनिंग इफेक्ट होने करके की है आउटर मोस्ट इलैक्ट्रॉन जोड़े आहो रिपल्शन फील अट्रैक्शन फील करते टूवर्ड्स न्यूक्लीयस जिद करके साइज डिक्रीज हो जाता। विच ऑफ द फॉलोइंग इज़ नॉट करैक्ट दिस इज़ करैक्ट।
ਦਿਸ ਇਜ਼ ਆਲਸੋ ਕਰੈਕਟ, ਬਟ ਆਪਾਂ ਹੁਣੇ ਪੜ੍ਹ ਕੇ ਹਟੇ ਹਾਂ ਕਿ ਲੈਂਥੇਨਮ ਦਾ ਜਿਹੜਾ ਹਾਈਡਰੋਕਸਾਈਡ ਹੁੰਦਾ ਉਹ ਮੋਰ ਬੇਸਿਕ ਹੁੰਦਾ, ਬਟ ਇੱਥੇ ਲੈਸ ਬੇਸਿਕ ਆ, ਤਾਂ ਦਿਸ ਇਜ਼ ਦੀ ਆਨਸਰ। ਸੀਰੀਅਮ ਸ਼ੋ +4 ਆਕਸੀਡੇਸ਼ਨ ਸਟੇਟ, ਤਾਂ ਇਹਦੀ +4 ਆਕਸੀਡੇਸ਼ਨ ਸਟੇਟ ਹੁੰਦੀ ਹੈ ਡਿਊ ਟੂ ਇਹਦੀ ਜਿਹੜੀ ਆਪਣੇ ਕੋਲ ਸੀਰੀਅਮ ਦੀ ਆਕਸੀਡੇਸ਼ਨ ਸਟੇਟ 'ਚ ਨਾ ਮਤਲਬ ਇਹਦੇ 'ਚ F 'ਚ ਇਲੈਕਟ੍ਰੋਨ 0 ਆ ਸਕਦੇ ਆ, ਦੈਟਸ ਵਾਈ ਇਹਦੀ +4 'ਚ ਸ਼ੋ ਕਰ ਸਕਦਾ। ਕ੍ਰੋਮਾਈਲ ਕਲੋਰਾਈਡ ਇਜ਼ ਯੂਜ਼ ਟੂ, ਕ੍ਰੋਮਾਈਲ ਕਲੋਰਾਈਡ ਬੋਲਦੇ ਆ ਨਾ, ਤੋਂ ਡਿਟੈਕਟ ਕਰਨ ਲਈ, ਕਲੋਰਾਈਡ ਆਇਨ ਨੂੰ ਡਿਟੈਕਟ ਕਰਨ ਲਈ ਯੂਜ਼ ਕੀਤਾ ਜਾਂਦਾ। ਪੈਰਾਮੈਗਨੈਟਿਕ, ਤਾਂ ਇੱਥੇ ਜਿਹੜਾ ਪੈਰਾਮੈਗਨੈਟਿਕ ਆ ਦੈਟ ਇਜ਼ ਜਿਹੜਾ ਯਟਰੀਬੀਅਮ, ਠੀਕ ਹੈ, ਯਟਰੀਬੀਅਮ ਇਜ਼ ਨਹੀਂ ਸੌਰੀ, ਤੋ ਪੈਰਾਮੈਗਨੈਟਿਕ ਜਿਹੜਾ ਆਪਣੇ ਕੋਲ ਹੈਗਾ ਆ SM, ਠੀਕ ਹੈ, ਸਮੈਂਥੀਅਮ। ਤੋ ਇਹਦੇ 'ਚ ਜਿਹੜਾ ਆ ਕਿਉਂਕਿ ਇਹਦੇ 'ਚ ਫੁੱਲੀ ਜਿਹੜਾ 4F14 ਆ ਇਹਦੇ 'ਚ ਵੀ ਫਿਲਡ ਹੁੰਦੇ ਆ, ਇਹਦੇ 'ਚ ਆਪਣੇ ਕੋਲ 4F0 ਹੋ ਗਏ, ਤੋ ਆਨਸਰ ਇਜ਼ ਦਿਸ। F ਬਲੋਕ ਐਲੀਮੈਂਟ ਨੂੰ ਆਪਾਂ ਇਨਰ ਟ੍ਰਾਂਜ਼ੀਸ਼ਨ ਐਲੀਮੈਂਟਸ ਬੋਲਦੇ ਹਾਂ, ਕਿਉਂਕਿ ਅੱਧੇ ਜਿਹੜੇ ਐਲੀਮੈਂਟ ਆ 57 to 103 D ਬਲੋਕ ਐਲੀਮੈਂਟ ਤੋਂ ਬਾਅਦ ਆਉਣੇ ਸ਼ੁਰੂ ਹੋ ਜਾਂਦੇ, ਤਾਂ ਕਰਕੇ ਇਹਨਾਂ ਨੂੰ ਇਨਰ ਟ੍ਰਾਂਜ਼ੀਸ਼ਨ ਐਲੀਮੈਂਟਸ ਬੋਲਿਆ ਜਾਂਦਾ। ਐਕਟੀਨੋਇਡ ਦੀ ਜਿਹੜੀਆਂ ਇੰਟਰੈਕਸ਼ਨਸ ਹੁੰਦੀਆਂ ਜ਼ਿਆਦਾ, ਐਕਟੀਨੋਇਡ ਕੰਟਰੈਕਸ਼ਨ ਜ਼ਿਆਦਾ ਸਟਰੋਂਗ ਹੁੰਦੀ ਹੈ ਦੈਨ ਲੈਂਥੇਨੋਇਡ, ਬਿਕੋਜ਼ ਇਹ ਜ਼ਿਆਦਾ ਸਕਰੀਨਿੰਗ ਇਫੈਕਟ ਜਿਹੜਾ ਇਹਨਾਂ ਦਾ ਪੂਅਰ ਹੁੰਦਾ। ਲੈਂਥੇਨਮ ਇਜ਼ ਮੋਰ ਬੇਸਿਕ, ਤੋ 2+2 ਕਾਪਰ, ਤੋ ਕਾਪਰ ਦੀ ਮਤਲਬ ਰਿਡਕਸ਼ਨ ਹੋ ਰਹੀ ਹੈ, ਤਾਂ +0.34 ਹੁੰਦਾ ਜਦੋਂ ਇਹਨੂੰ ਆਪਾਂ ਜ਼ਿੰਕ ਦੇ ਨਾਲ ਕੰਪੇਅਰ ਕਰਦੇ ਹਾਂ। ਤੋ ਜਿਹੜਾ ਨੈਕਸਟ ਆ, ਤੋ ਇਹਦਾ ਆਨਸਰ ਇਜ਼ A, ਕੋਬਾਲਟ ਦੇ ਕੇਸ 'ਚ ਕਰੈਕਟ। ਤੋਂ ਲੈਫਟ ਟੂ ਰਾਈਟ ਜਿਹੜਾ ਆਪਣੇ ਕੋਲ ਸਾਈਜ਼ ਆ, ਤੋ ਸਾਈਜ਼ ਜਿਹੜਾ ਆ ਉਹ ਡਿਕਰੀਜ਼ ਕਰਦਾ, ਤੋ ਲੈਂਥੇਨਮ ਟੂ ਲੂਟੀਸ਼ੀਅਮ। ਤੋ ਅਗਰ ਸਾਈਜ਼ ਲੈਫਟ ਟੂ ਰਾਈਟ ਡਿਕਰੀਜ਼ ਕਰ ਰਿਹਾ, ਤੋ ਇਹਦੇ 'ਚ ਆਪਣੇ ਕੋਲ ਜਿਹੜਾ ਆਨਸਰ ਆਏਗਾ ਦੈਟ ਇਜ਼ B। ਤੋ ਇਹਦੇ ਨਾਲ ਆਪਣਾ D ਬਲੋਕ ਖ਼ਤਮ ਹੋ ਚੁੱਕਾ ਯੂਨੀਮੈਕਸ ਦੀ ਬੁੱਕ ਤੋਂ, ਤੋ ਸਿਰਫ ਕੋਆਰਡੀਨੇਸ਼ਨ ਹੀ ਪੈਂਡਿੰਗ ਆ, ਤੋ ਹੋ ਜਾਏਗਾ। ਤੋ ਇਸ ਤੋਂ ਬਾਅਦ ਆਪਾਂ ਜਿਹੜੇ ਆ ਉਹ ਪ੍ਰੈਕਟਿਸ ਟੈਸਟ ਸੀਰੀਜ਼ ਸਟਾਰਟ ਕਰਾਂਗੇ। ਥੈਂਕ ਯੂ ਫॉर ਵਾਚਿੰਗ, ਪਲੀਜ਼ ਲਾਈਕ, ਸ਼ੇਅਰ, ਸਬਸਕ੍ਰਾਈਬ ਮਾਈ ਚੈਨਲ, ਕੀਪ ਸਪੋਰਟਿੰਗ।